असलामुअलैकुम। गुड मॉर्निंग सोहणियो, गुड मॉर्निंग। लो भी देख लवो सोहणियो। ਉਹੀ ਬੱਦਲ ਤੇ ਉਹੀ ਧੁੰਦ ਤੇ ਉਹੀ ਠੰਡੀਆਂ ਹਵਾਵਾਂ ਚੱਲ ਪਈਆਂ ਨੇ। ਧੁੱਪਾਂ ਦੇ ਮਜ਼ੇ ਖਤਮ ਹੋ ਗਏ ਨੇ ਤੇ ਮੈਂ ਉੱਠੀ ਆ ਨਾ ਤੇ ਬਸ ਥੋੜਾ ਸਾ ਚਾਹ ਵਾ ਪੀ ਕੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਬਾਹਰ ਦਾ ਦਿਖਾ ਦੇਵਾਂ ਜ਼ਰਾ ਜਿਹਾ। ਯੂਕੇ ਵੈਦਰ ਦੇ ਹਿਸਾਬ ਨਾਲ ਤੁਹਾਨੂੰ ਦੱਸ ਦਈਏ, ਮਹਿਕਮਾ ਮੌਸਮਿਆਤ ਤੁਹਾਨੂੰ ਦਿਖਾ ਦੇਵੇ ਕਿ ਉਹ ਦੁਬਾਰਾ ਤੋਂ ਰੂਟੀਨ ਸਾਡੀ ਠੰਡ ਵਾਲੀ ਸ਼ੁਰੂ ਹੋ ਚੁੱਕੀ ਹੈ। ਨਾਸ਼ਤੇ ਤੋਂ ਫਾਰਿਗ ਹੋ ਗਏ ਅਸੀਂ, ਥੋੜ੍ਹਾ ਬਹੁਤ ਸਫਾਈ ਵਗੈਰਾ ਦਾ ਕੰਮ ਕਰ ਲਿਆ। ਪੋਚੀ ਹਲੇ ਰਹਿੰਦੀ ਏ, ਮੈਂ ਕਿਹਾ ਮੈਂ ਕਾਊਂਟਰ ਦਾ ਕੰਮ ਕਰ ਲਵਾਂ ਤੇ ਫਿਰ ਇੱਕ ਦਫਾ ਸਾਫ਼ ਕਰਕੇ ਨੀਚੇ ਅਸੀਂ ਅੱਛਾ ਚੰਗਾ ਜਿਹਾ ਪੋਚਾ ਲਾ ਦੇਵਾਂਗੇ। ਤੇ ਅੱਜ ਪਕਾਉਣ ਦਾ ਕੰਮ ਤੇ ਕੁਛ ਨਹੀਂ ਹੈ, ਅਸੀਂ ਪਕਾਉਣਾ ਕੁਛ ਨਹੀਂ ਹੈ ਕਿਉਂਕਿ ਕੱਲ੍ਹ ਜਿਹੜਾ ਮਟਰ ਸ਼ੋਰਬਾ ਬਣਾਇਆ ਸੀ, ਮਟਰ ਗੋਸ਼ਤ, ਉਹ ਬਚਿਆ ਪਿਆ ਵੇ। ਉਹ ਅਸੀਂ ਨਾਲ ਗਰਮ ਕਰਾਂਗੇ ਤੇ ਨਾਲ ਅਸੀਂ ਥੋੜ੍ਹਾ ਜਿਹਾ ਸਾਡਾ ਸਾਗ ਹਸੀਨਾ ਆਲਮ ਸਾਗ ਪਿਆ ਵੇ, ਤੇ ਮੈਂ ਕੱਢ ਕੇ ਦੋਨੋਂ ਚੀਜ਼ਾਂ ਰੱਖ ਦਿੱਤੀਆਂ ਨੇ ਕਿ ਥੋੜ੍ਹਾ ਜਿਹਾ ਇਹਨਾਂ ਦੀ ਠੰਡਕ ਖਤਮ ਹੋਵੇ ਤਾਂ ਕਿ ਫਿਰ ਮਾਈਕਰੋ 'ਚ ਗਰਮ ਕਰ ਲਾਂਗੇ ਇਹਨਾਂ ਨੂੰ। ਤੇ ਕੱਲ੍ਹ ਜਿਹੜਾ ਨਾ ਮੇਰੇ ਕੋਲ ਅਦਰਕ ਸੀ ਤੇ ਨਾ ਮੇਰੇ ਕੋਲ ਹਰਾ ਧਨੀਆ ਸੀ, ਤੇ ਹਾਂਡੀ ਵਿਚਾਰੀ ਐਸਾ ਸੀ ਜਿਵੇਂ ਕੋਈ ਵਹੁਟੀ ਤਿਆਰ ਹੋ ਜਾਵੇ ਪਰ ਉਹਨੂੰ ਆਖਰ 'ਚ ਆ ਕੇ ਕੋਈ ਉਹਨੂੰ ਸੁਰਖੀ ਨਾ ਲੱਗੇ। ਬਾਕੀ ਸਭ ਪੂਰਾ ਮੇਕਅਪ ਉਹਦਾ ਹੋ ਗਿਆ, ਸਭ ਕੁਝ ਹੋ ਗਿਆ ਵੇ, ਔਰ ਲਿਪਸਟਿਕ ਰਹਿ ਗਈ ਹੈ ਤੇ ਫਿਰ ਉਹ ਸੱਜਦੀ ਨਹੀਂ। ਤੇ ਇਸ ਤਰ੍ਹਾਂ ਹੀ ਇਹ ਜਿਹੜਾ ਸਾਡੀ ਹਾਂਡੀ ਦੀ ਲਿਪਸਟਿਕ ਸੀ ਨਾ, ਉਹ ਬਿਲਕੁਲ ਰਹਿ ਗਈ ਸੀ। ਤੇ ਮੈਂ ਫਿਰ ਅੱਜ ਆ ਗਿਆ ਨਾ ਸਮਾਨ, ਤੇ ਮੈਂ ਕਿਹਾ ਚਲੋ ਮੈਂ ਕੱਟ ਲੈਂਦੀ ਹਾਂ, ਇਹਦੇ ਉੱਪਰ ਪਾ ਲੈਂਦੇ ਹਾਂ ਕਿਉਂਕਿ ਹਰਾ ਧਨੀਆ ਔਰ ਅਦਰਕ ਇਹ ਵੈਸੇ ਬੜੀ ਫਾਇਦੇਮੰਦ ਚੀਜ਼ਾਂ ਨੇ ਸਾਡੀਆਂ ਕਿ ਇਹਨੂੰ ਅਗਰ ਮੁਸਤਕਿਲ ਇਸਤੇਮਾਲ ਕਰੋ। ਪਹਿਲੇ ਜ਼ਮਾਨਿਆਂ 'ਚ ਦੇਖੋ ਚਟਣੀਆਂ ਬਣਦੀਆਂ ਸਨ ਔਰ ਇਸ ਚੀਜ਼ਾਂ ਲੋਕ ਇਸਤੇਮਾਲ ਕਰਦੇ ਸਨ। ਫਿਰ ਉਹੀ ਦੌਰ ਆ ਗਿਆ ਕਿ ਹੁਣ ਕਹਿੰਦੇ ਨੇ ਬਈ ਇਹਨਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰੋ। ਤੇ ਹਰੇ ਧਨੀਏ ਦੀ ਡੰਡੀ ਜਿਹੜੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਖੁਸ਼ਬੂ ਅਸਲ 'ਚ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਔਰ ਸਾਰਾ ਦਾ ਅਸੀਂ ਡੰਡੀਆਂ ਕੱਢ ਕੇ ਸੁੱਟ ਦਿੰਦੇ ਹਾਂ। ਮੈਨੂੰ ਪਹਿਲੇ ਪਤਾ ਹੀ ਨਹੀਂ ਸੀ, ਮੈਂ ਡੰਡੀਆਂ ਜਿਹੜਾ ਨਾ ਕੱਢ ਕੇ ਫਿਰ ਸੁੱਟ ਦੇਣੀ ਹੁੰਦੀ ਸਾਂ ਤੇ ਸਾਰੀਆਂ, ਤੇ ਉਹ ਫਿਰ ਪੱਤੇ ਪੱਤੇ ਪਾ ਲੈਣੇ। ਲੇਕਿਨ ਫਿਰ ਮੈਨੂੰ ਪਤਾ ਚੱਲਿਆ ਕਿ ਜਿਹੜੀ ਡੰਡੀ ਇਸਤੇਮਾਲ ਕਰਨੀ ਚਾਹੀਦੀ, ਥੋੜ੍ਹੀ ਜਿਹੀ ਜਿਹੜੀ ਐਕਸਟਰਾ ਵੇ ਉਹ ਤੁਸੀਂ ਉਤਾਰ ਦਿਓ, ਬਾਕੀ ਜਿਹੜੀ ਸਾਰੀ ਲਹਿਰੀ ਲਹਿਰੀ ਤੁਸੀਂ ਇਸ ਤਰ੍ਹਾਂ ਕੱਟੋ। ਤੇ ਚਲੋ ਜੀ ਅਸੀਂ ਆਪਣਾ ਧਨੀਆ ਧੋ ਕੇ ਔਰ ਇਹਨੂੰ ਕੱਟ ਲੈਂਦੇ ਹਾਂ। ਇਹਦੇ ਉੱਪਰ ਪਾ ਲਾਂਗੇ ਨਾ ਤਾਂ ਬੜਾ ਹੀ ਖੂਬਸੂਰਤ ਇਹਦਾ ਹੋ ਜਾਏਗਾ, ਜਿਹੜਾ ਸੋਹਣੀ ਜੀ ਬਣ ਜਾਏਗੀ। ਨਾਲੇ ਧਨੀਏ ਦੇ ਸ਼ੋਰਬੇ ਵਿੱਚ ਧਨੀਆ ਪਾਇਆ ਹੋਵੇ ਨਾ ਬਹੁਤ ਅੱਛਾ ਬਣਦਾ। ਦਾਲ ਹੋਵੇ, ਸ਼ੋਰਬਾ ਹੋਵੇ, ਇਹਨਾਂ ਚੀਜ਼ਾਂ ਦੇ ਉੱਪਰ ਹਰ ਚੀਜ਼, ਕੜਾਹੀ ਬਣਾਓ ਕੋਈ ਵੀ ਚੀਜ਼, ਜ਼ਿਆਦਾਤਰ ਚੀਜ਼ਾਂ ਦੇ ਉੱਪਰ ਧਨੀਆ ਅੱਛਾ ਲੱਗਦਾ ਵੇ ਤੁਹਾਨੂੰ। ਸਬਜ਼ੀ ਹੋਵੇ ਕੋਈ ਵੀ ਚੀਜ਼, ਹਰਾ ਧਨੀਆ ਜਿਹੜਾ ਵੇ ਬਹੁਤ ਜ਼ਰੂਰੀ ਹੁੰਦਾ ਵੇ, ਜ਼ਰੂਰੀ ਆਈਟਮ ਹੈ ਬਈ, ਜ਼ਰੂਰੀ ਆਈਟਮ। ਤੇ ਚਲੋ ਜੀ ਅਸੀਂ ਕੀ ਕਹਿੰਦੇ ਨੇ, ਹਰਾ ਧਨੀਆ ਤਾਂ ਆਪਣਾ ਕੱਟ ਲਿਆ ਵੇ, ਤੇ ਹੁਣ ਅਸੀਂ ਆਪਣਾ ਥੋੜ੍ਹਾ ਜਿਹਾ ਮੈਂ ਅਦਰਕ ਕੱਟਾਂਗੀ ਕਿ ਬਸ ਉੱਪਰ ਥੋੜ੍ਹਾ ਜਿਹਾ ਉਹ ਜਿਹੜਾ ਨਾ ਇਹਨੂੰ ਛਿੜਕਾਓ ਕਰਾਂਗੇ ਅਸੀਂ। ਸਪਰੇ ਕਰਾਂਗੇ, ਮੱਛਰ ਮਾਰ ਸਪਰੇ ਜਿਵੇਂ ਹੁੰਦਾ ਨਾ, ਇਸ ਤਰ੍ਹਾਂ ਅਸੀਂ ਛਿੜਕਾਓ ਕਰਾਂਗੇ। ਤੇ ਮੈਂ ਥੋੜ੍ਹਾ ਜਿਹਾ ਛੁਰੀ ਵੀ ਆਪਣੀ ਤੇਜ਼ ਕਰਾਂਗੀ ਤੇ ਅਸੀਂ ਨਾਯਾਬ ਜ਼ਮਾਨਿਆਂ ਤੋਂ ਉਸ ਹਵਾਲੇ ਦੇ ਨਾਲ ਜ਼ਿਕਰ ਵੀ ਕਰਾਂਗੇ। ਥੋੜ੍ਹਾ ਜਿਹਾ ਨਾਯਾਬ ਜ਼ਮਾਨਿਆਂ ਵਿੱਚ ਛਾਲ ਮਾਰ ਕੇ ਅਸੀਂ ਪਹੁੰਚਾਂਗੇ। ਠਹਿਰੋ ਜੀ, ਪਹੁੰਚ ਰਹੇ ਹਾਂ ਅਸੀਂ, ਫਿਕਰ ਨਾ ਕਰੋ ਤੁਸੀਂ। ਨਾਯਾਬ ਜ਼ਮਾਨੇ ਜਦੋਂ ਹੁੰਦੇ ਸਨ ਨਾ, ਤੇ ਉਦੋਂ ਹੁੰਦਾ ਸੀ ਇੱਕ ਛੁਰੀ ਤੇਜ਼ ਕਰਾਉਣ ਵਾਲਾ। ਚਾਕੂ ਛੁਰੀਆਂ ਤੇਜ਼ ਕਰਾ ਲਓ, ਚਾਕੂ ਛੁਰੀਆਂ ਤੇਜ਼ ਕਰਾ ਲਓ, ਕੈਂਚੀ ਤੇਜ਼ ਕਰਾ ਲਓ। ਤੇ ਗਲੀਆਂ ਵਿੱਚ ਆਉਂਦੇ ਹੁੰਦੇ ਸਨ, ਉਹਨਾਂ ਕੋਲ ਇੱਕ ਵੀਲ ਵਗਰ ਇੱਕ ਚੀਜ਼ ਹੁੰਦੀ ਸੀ, ਪਹੀਆ ਜਿਹਾ ਬਣਾ, ਔਰ ਫਿਰ ਉਹ ਲੱਤ ਦੇ ਨਾਲ ਇੰਨੀ ਮਹਾਰਤ ਨਾਲ ਚਲਾਉਂਦੇ ਸਨ ਉਸਨੂੰ। ਔਰ ਫਿਰ ਨਾਲ ਜਿਹੜਾ ਵੇ ਕੀ ਕਹਿੰਦੇ ਨੇ, ਉਹ ਐਸਾ ਚੀਜ਼ ਨੂੰ ਰਗੜਦੇ ਜਾਂਦੇ ਸਨ। ਉਹ ਇਸ ਤਰ੍ਹਾਂ ਚਿੰਗਾਰੀਆਂ ਜਿਹੀਆਂ ਨਿਕਲਦੀਆਂ ਸਨ ਤੇ ਚਾਕੂ ਛੁਰੀਆਂ ਹੋ ਜਾਂਦੀਆਂ ਸਨ ਤੇਜ਼। ਤੇ ਕੈਂਚੀਆਂ ਵੀ ਤੇਜ਼ ਕਰਾਉਣੀਆਂ ਲੋਕਾਂ ਨੇ। ਉਹ ਜਿਵੇਂ ਹੀ ਆਵਾਜ਼ ਆਣੀ ਨਾ ਚਾਕੂ ਛੁਰੀ ਤੇਜ਼ ਕਰਾ ਲਓ, ਤੇ ਸਾਰੇ ਮੁਹੱਲੇ ਨੇ ਨਿਕਲ ਕੇ ਬਾਹਰ ਆ ਜਾਣਾ ਕਿ ਛੇਤੀ ਛੇਤੀ ਬਈ ਅਸੀਂ ਕਰਾ ਲਈਏ। ਕੁਝ ਛੁਰੀਆਂ ਖੁੰਡੀਆਂ ਹੋਈਆਂ ਹੁੰਦੀਆਂ ਸਨ, ਕੈਂਚੀਆਂ, ਤੇ ਫਿਰ ਉਹ ਸਾਰੀਆਂ ਚੀਜ਼ਾਂ ਤੇਜ਼ ਨਾਹਿਦ ਮਹਿਮੂਦ ਨੇ ਲਿਖਿਆ ਹੈ, ਨਾਈਸ ਵਲੌਗ ਬਾਜੀ, ਮਾਸ਼ਾਅੱਲਾ। ਬਹੁਤ ਸ਼ੁਕਰੀਆ ਨਾਹਿਦ ਕਿ ਤੁਸੀਂ ਕਮੈਂਟ ਕਰ ਦਿੱਤਾ ਤੇ ਮੈਨੂੰ ਪਤਾ ਚੱਲ ਗਿਆ ਕਿ ਤੁਸੀਂ ਮੇਰੇ ਵਿਹੜੇ 'ਚ ਆਏ ਸੋ, ਬੈਠੇ ਸੋ ਤੇ ਫਿਰ ਗਏ ਹੋ। ਹਾਜ਼ਰੀ ਲੱਗ ਗਈ ਤੁਹਾਡੀ ਔਰ ਪਤਾ ਚੱਲ ਗਿਆ, ਨਾਂ ਦੇ ਨਾਲ ਪਤਾ ਚੱਲ ਗਿਆ ਕਿ ਵੀ ਨਾਹਿਦ ਆਏ ਸਨ ਸਾਡੇ ਵਿਹੜੇ ਵਿੱਚ। ਤੇ ਬਹੁਤ ਸ਼ੁਕਰੀਆ ਜੀ। ਤੇ ਉਸ ਸ਼ਮਾ ਲਿਖਦੇ ਨੇ, ਮੁਸ਼ਕਿਲ ਵਕਤ ਔਰ
हालत में जो आपके साथ छोड़ दे वो आपका दोस्त या साथी कभी नहीं हो सकता। बिल्कुल ठीक लिखिया है कि ਜਿਹੜਾ ਮੁਸ਼ਕਿਲ ਵਕਤ 'ਚ ਤੁਹਾਡਾ ਸਾਥ ਛੱਡੇ ਨਾ, ਕਹਿੰਦੇ ਦੋਸਤ ਉਹ ਹੀ ਹੁੰਦਾ ਹੈ ਜਿਹੜਾ ਤੁਹਾਡੀ ਮੁਸ਼ਕਿਲ 'ਚ ਕੰਮ ਆਵੇ। ਵੈਸੇ ਤਾਂ ਬਹੁਤ ਸਾਰੀ ਦੁਨੀਆ ਤੁਹਾਡੇ ਨਾਲ ਹੁੰਦੀ ਹੈ, ਦੋਸਤ ਦੀ ਪਛਾਣ ਹੀ ਹੈ ਵੀ ਮੁਸ਼ਕਿਲ ਵਕਤ ਵਾਲਾ, ਜਿਹੜਾ ਤੁਹਾਡੇ ਨਾਲ ਖੜਾ ਹੋਵੇ, ਤੁਹਾਡੇ ਤੇ ਕੋਈ ਪਰੇਸ਼ਾਨੀ ਹੈ, ਤੁਹਾਡੇ ਤੇ ਕੋਈ ਮੁਸੀਬਤ ਹੈ, ਉਹ ਤੁਹਾਡੇ ਨਾਲ ਖੜਾ ਹੋਵੇ, ਉਹ ਹੁੰਦਾ ਦੋਸਤ। ਬਾਕੀ ਤਾਂ ਸਭ ਹੁੰਦੇ ਨੇ ਚਾਹ ਪਲੋਸ, ਖੁਸ਼ਾਮਦੀ ਜਾਂ ਇਸ ਕਿਸਮ ਦੇ ਲੋਕ ਕਿ ਅਕਸਰ ਕਿਸੇ, ਮੈਂ ਚੈਨਲ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੀ ਹਾਂ, ਮੈਂ ਵੈਸੇ ਇੱਕ ਆਮ ਗੱਲ ਕਰ ਰਹੀ ਹਾਂ ਕਿ ਤੁਸੀਂ ਕਿਸੇ ਵੀ ਜਗ੍ਹਾ ਦੇਖ ਲਵੋ ਕਿ ਉਹ ਫਿਰ ਬਹੁਤ ਜ਼ਿਆਦਾ ਲੋਕ ਆ ਜਾਂਦੇ ਨੇ, ਬੜੀ ਤਾਰੀਫਾਂ, ਬੜਾ ਇਹ ਇਸ ਤਰ੍ਹਾਂ ਨਹੀਂ। ਲੇਕਿਨ ਜਿਹੜੇ ਦੁੱਖ ਦਰਦ ਦੇ ਸਾਥੀ ਹੁੰਦੇ ਨੇ ਉਹ ਬਹੁਤ ਘੱਟ ਹੁੰਦੇ ਨੇ। ਕਿਸੇ ਵੀ ਇਨਸਾਨ 'ਤੇ ਜਦੋਂ ਮੁਸੀਬਤ ਆਉਂਦੀ ਹੈ ਨਾ, ਉਹ ਫਿਰ ਆਪਣੇ ਇਰਦ ਗਿਰਦ ਨਜ਼ਰ ਪਾਉਂਦਾ ਹੋਵੇ ਨਾ, ਉਹਦੇ ਵਿੱਚੋਂ ਦੋਸਤ ਬੜੇ ਘੱਟ ਨਿਕਲਦੇ ਨੇ। ਉਹ ਬਾਕੀ ਜਿਹੜਾ ਨਾ ਕਚਰਾ ਜ਼ਿਆਦਾ ਨਿਕਲ ਆਉਂਦਾ, ਦੋਸਤ ਜਿਹੜੇ ਨੇ ਘੱਟ ਹੀ ਹੁੰਦੇ ਨੇ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਦੋਸਤ ਹੋਤਾ ਨਹੀਂ ਹਰ ਹੱਥ ਮਿਲਾਨੇ ਵਾਲਾ, ਅਤੇ ਉਹ ਹਰ ਹੱਥ ਮਿਲਾਉਣ ਵਾਲਾ ਤੁਹਾਡਾ ਦੋਸਤ ਨਹੀਂ ਹੁੰਦਾ। ਅਤੇ ਬਹਰਹਾਲ ਇਹ ਵੀ ਕਿ ਮੁਸ਼ਕਿਲ ਵਕਤਾਂ ਜਿਹੜਾ ਹੁੰਦਾ ਵੇ ਨਾ, ਉਹ ਹੀ ਤੁਹਾਡਾ ਦੋਸਤ ਹੁੰਦਾ ਵੇ। ਅਤੇ ਬਾਕੀ ਬਈ ਇਹ ਗੱਲਾਂ ਜਿਹੜੀਆਂ ਨੇ ਬੜੀਆਂ ਸੱਚੀਆਂ ਗੱਲਾਂ ਨੇ। ਸ਼ਵਾਂ ਤੁਸੀਂ ਬਿਲਕੁਲ ਠੀਕ ਲਿਖਿਆ ਵੇ। ਤੇ ਸ਼ਬੀਰ ਹੁਸੈਨ ਸਾਹਿਬ ਲਿਖ ਰਹੇ ਨੇ, ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ। ਤੇ ਉਹਨਾਂ ਕਿ ਬਹੁਤ ਆਲਾ ਧੁੱਪ ਤੇ ਦਰਮਿਆਨਾ ਮੌਸਮ ਚੰਗਾ ਲੱਗ ਰਿਹਾ, ਤੁਸੀਂ ਮਟਰ ਗੋਸ਼ਤ ਬਹੁਤ ਚੰਗਾ ਬਣਾਇਆ, ਸਾਦਾ ਜਿਹਾ। ਕਾਮਯਾਬੀ ਦਾ ਦੋਸਤ ਹਰ ਕੋਈ ਹੁੰਦਾ ਹੈ, ਇਸ 'ਚ ਕੋਈ ਸ਼ੱਕ ਨਹੀਂ। ਦੋਸਤ ਉਹੀ ਅੱਛੇ ਜਿਹੜੇ ਚੰਗੇ ਮਾੜੇ ਹਰ ਵੇਲੇ ਤੁਹਾਡੇ ਨਾਲ ਸਾਥ ਦੇਣ, ਅਤੇ ਜੋ ਇੰਜ ਨਾ ਕਰੇ ਉਹ ਦੋਸਤ ਨੇ। ਹੋ ਵੀ ਤੁਸੀਂ ਸਾਰਿਆਂ ਨੇ ਤਸਦੀਕ ਕਰ ਦਿੱਤੀ ਹੈ ਕਿ ਮੇਰੀ ਹੀ ਗੱਲ ਦੀ। ਮੈਨੂੰ ਇੰਨੀ ਖੁਸ਼ੀ ਪਈ ਹੁੰਦੀ ਕਿ ਤੁਸੀਂ ਸਾਰਿਆਂ ਨੇ ਤਸਦੀਕ ਇਸ ਕੀਤਾ, ਹਾਮੀ ਭਰੀਏ ਕਿ ਜਿਹੜਾ ਤੁਹਾਡੇ ਨਾਲ ਹੁੰਦਾ ਹੈ ਨਾ। ਅਤੇ ਉਹੀ ਮੈਂ ਕਹਿੰਦੀ ਹਾਂ ਕਿ ਮੈਨੂੰ ਤੁਸੀਂ ਇਹ ਚੰਦ ਇੱਕ ਲੋਕ ਹੋ, ਚੰਦ ਇੱਕ ਨਾਮ ਹੋ, ਲੇਕਿਨ ਮੈਂ ਹਮੇਸ਼ਾ ਤੁਹਾਨੂੰ ਯਾਦ ਰੱਖਾਂਗੀ, ਹਮੇਸ਼ਾ ਤੁਸੀਂ ਮੇਰੇ ਦਿਲ 'ਚ ਵਸੋਗੇ। ਹਮੇਸ਼ਾ ਤੁਸੀਂ ਹੋ ਕਿ ਤੁਸੀਂ ਮੇਰੇ ਮਾੜੇ ਵੇਲੇ ਦੇ ਸਾਥੀ ਹੋ। ਅਤੇ ਜਿਹੜੇ ਮਾੜੇ ਵੇਲਿਆਂ ਦਾ ਸਾਥੀ ਹੁੰਦਾ ਹੈ ਨਾ, ਉਹ ਹਮੇਸ਼ਾ ਯਾਦ ਰਹਿੰਦਾ, ਉਹਨੂੰ ਇਨਸਾਨ ਕਦੀ ਭੁੱਲ ਨਹੀਂ ਸਕਦਾ। ਅਤੇ ਉਹਨੂੰ ਤੁਸੀਂ ਕਿਹਾ ਵੀ ਧੁੱਪ ਤਾਂ ਬੜੀ ਵਧੀਆ ਵੇ, ਬਈ ਵਧੀਆ ਧੁੱਪ, ਇੰਨੀ ਵਧੀਆ ਧੁੱਪ ਸੀ। ਅੱਜ ਹੋ ਗਏ ਨੇ ਫਿਰ ਉਹੀ ਬੱਦਲ, ਅਤੇ ਬਾਰਸ ਵਸਣ ਹੀ ਵਾਲੀ ਹੈ। 2 ਦਿਨ ਅਸੀਂ ਮਜ਼ੇ ਲਏ ਧੁੱਪ ਦੇ, ਖੂਬ ਗਾਰਡਨਿੰਗ ਕੀਤੀ, ਇੰਨਾ ਮਿਹਨਤ ਕੀਤੀ। ਮੈਂ ਵੀ ਗੱਲ ਹੀ ਛੱਡ ਦਿਓ, ਅਤੇ ਉਹ ਫਿਰ ਮੇਰੀ ਇਹ ਸਕਿਨ ਸਾਰੀ ਇੱਥੋਂ ਸੜ ਗਈ। ਇਹ ਤੁਸੀਂ ਦੇਖ ਲਵੋ, ਇਹ ਸਾਰੀ ਧੁੱਪ ਦੇ ਕਰਿਸ਼ਮੇ ਨੇ, ਸਾਰੀ ਸਕਿਨ ਸੜ ਗਈ। ਹਾਲਾਂਕਿ ਮੈਂ ਹੈਟ ਪਾ ਕੇ ਨਾ, ਉਹ ਮੇਰੇ ਕੋਲ ਪਿਆ ਸੀ, ਮੈਂ ਫਿਰ ਮਸ਼ੀਨ ਚਲਾਈ। ਮੈਂ ਬਾਹਰ ਕਿਹਾ ਲੋਕ ਦੇਖਦੇ ਹੋਣਗੇ ਵੀ ਦੇਖੋ ਇਹਦੇ ਸਟਾਈਲ 'ਤੇ ਚੈੱਕ ਕਰੋ। ਅਤੇ ਉਹ ਕੀ ਕਹਿੰਦੇ ਹੈਟ ਪਾ ਕੇ ਮੈਂ ਗ੍ਰਾਸ ਕਟਿੰਗ ਕਰ ਰਹੀ ਸਾਂ ਕਿ ਮੈਂ ਕੀ ਕਹਿੰਦੇ ਨੇ ਆਪਣੀ ਹਿਫਾਜ਼ਤੀ ਤੌਰ 'ਤੇ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਥੋੜ੍ਹਾ ਜਿਹਾ ਛੱਜਾ ਜਿਹਾ ਉੱਤੇ ਆ ਜਾਵੇ। ਲੇਕਿਨ ਉਸ ਤੋਂ ਬਾਵਜੂਦ ਹੀ ਮੈਂ ਅੱਜ ਉਦੋਂ ਤਾਂ ਨਹੀਂ ਮੈਂ ਦੇਖਿਆ, ਕੱਲ੍ਹ ਮੈਂ ਇੰਨਾ ਥੱਕ ਗਈ ਸਾਂ, ਬਿਲਕੁਲ ਬੇਹੋਸ਼ ਹੋਣ ਵਾਲੀ ਸਾਂ। ਮੈਂ ਬਸ ਚੰਦ ਲੰਮਿਆਂ 'ਚ ਮੈਂ ਬੇਹੋਸ਼ ਹੋ ਜਾਣਾ ਸੀ। ਜਲਦੀ ਫਿਰ ਮੈਂ ਨਹਾ ਕੇ ਆ ਕੇ ਬੈਠੀ, ਫਿਰ ਮੇਰੇ ਕਹਿੰਦੇ ਤੌਰ ਭੁੱਲ ਗਏ। ਅਤੇ ਉਹ ਫਿਰ ਬੜੀ ਮਿਹਨਤ ਲੱਗੀ ਧੁੱਪ ਵਿੱਚ ਕੰਮ ਕਰਨਾ। ਅਤੇ ਚਲੋ ਗਾਰਡਨ ਸਾਡਾ ਸਾਫ਼ ਹੋ ਗਿਆ। ਪਰ ਇਹ ਵੀ ਕਿ ਅੱਜ ਮੈਂ ਸੁਬਾਹ ਜਦੋਂ ਮੂੰਹ ਧੋਤਾ ਨਾ, ਥੋੜ੍ਹੀਆਂ ਅੱਖਾਂ ਖੋਲ੍ਹੀਆਂ ਅਤੇ ਉਹ ਹੋਏ ਹੋਏ ਮੈਂ ਦੇਖਿਆ ਲੋ ਵੀ ਹੈ, ਅਤੇ ਇੱਥੋਂ ਸਾਰਾ ਸੜ ਗਈ ਸਕਿਨ। ਚਲੋ ਕੋਈ ਗੱਲ ਨਹੀਂ, ਠੀਕ ਹੋ ਜਾਏਗੀ। ਪਰ ਸਾਰਾ ਗਾਰਡਨ ਤਾਂ ਚੰਗਾ ਹੋ ਗਿਆ। ਅਤੇ ਤੁਸੀਂ ਕਿਹਾ ਕਿ ਤੁਸੀਂ ਸਾਲਨ ਬੜਾ ਚੰਗਾ ਬਣਾਇਆ, ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ। ਸਾਡੇ ਜਿਹੜੇ ਨਾਯਾਬ ਜ਼ਮਾਨੇ ਸਨ, ਉਹਨਾਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਹੜਾ ਸਾਲਨ ਪੱਕਣਾ ਜਾਂ ਹਾਂਡੀ ਪੱਕਣੀ, ਉਹ ਬੜੀ ਸਾਦੀ ਪੱਕਦੀ ਹੁੰਦੀ ਸੀ। ਕਿਉਂਕਿ ਉਹਦੀ ਵਜ੍ਹਾ ਹੈ ਸੀ, ਉਹਦੀ ਵਜ੍ਹਾ ਇਸ ਤਰ੍ਹਾਂ ਸੀ ਕਿ ਨਜ਼ਦੀਕ ਦੁਕਾਨਾਂ ਨਹੀਂ ਹੁੰਦੀਆਂ ਸਨ, ਕਿ ਬਹੁਤ ਦੂਰ ਬਾਜ਼ਾਰ ਹੁੰਦੇ ਸਨ। ਬਾਜ਼ਾਰੋਂ ਸਮਾਨ ਲਿਆਉਣਾ ਕਰਨਾ, ਉਹ ਸਾਦੀ ਜੀ ਹਾਂਡੀ ਔਰਤਾਂ ਨੇ ਪਕਾ ਲੈਂਦੀਆਂ ਹੁੰਦੀਆਂ ਸਨ ਕਿ ਲਸਣ ਪਿਆਜ਼ ਪਾ ਕੇ। ਟਮਾਟਰ ਵੀ ਬਸ ਦਫਾ ਦਸਤਿਆਬ ਨਹੀਂ ਹੁੰਦਾ ਸੀ। ਪਰ ਐਵੇਂ ਕਿ ਨਜ਼ਦੀਕ ਇਹ ਹੁੰਦਾ ਸੀ ਕਿ ਸਾਦੀ ਲੂਣ ਮਿਰਚ ਪਾਓ ਅਤੇ ਹਾਂਡੀ ਪਕਾ ਲਓ, ਖਾ ਲਓ। ਸਾਦੇ ਜ਼ਮਾਨੇ ਹੁੰਦੇ ਸਨ। ਅਤੇ ਇਸ ਤਰ੍ਹਾਂ ਫਿਰ ਲੋਕ ਲੱਸੀ ਨਾਲ ਰੋਟੀ ਖਾ ਲਈ, ਅਚਾਰ ਨਾਲ ਖਾ ਲਈ, ਜੋ ਸਬਜ਼ੀ ਬਣੀ ਉਹਦੇ ਨਾਲ ਖਾ ਲਈ। ਬਹੁਤ ਜ਼ਿਆਦਾ ਮਿਰਚ ਮਸਾਲਿਆਂ ਦਾ ਇਸਤੇਮਾਲ ਨਹੀਂ ਸੀ। ਫਿਰ ਥੋੜ੍ਹਾ ਜਿਹਾ ਸਹੂਲਤਾਂ ਵੀ ਹੋ ਗਈਆਂ। ਫਿਰ ਵੀ ਉਹੀ ਸਟਾਈਲ ਸੀ ਕਿ ਬਈ ਗੋਸ਼ਤ ਨੂੰ ਇਸ ਤਰ੍ਹਾਂ ਸਾਦਾ ਜਿਹਾ ਭੁੰਨ ਲਵੋ, ਵਿੱਚ ਸਬਜ਼ੀ ਪਾ ਲਵੋ, ਅਤੇ ਉਹਦੇ ਵਿੱਚ ਚਲੋ ਕੋਈ ਸ਼ੋਰਾ ਕਰ ਲਵੋ, ਕਿਸੇ ਕੋਈ ਭੁੱਜੀ ਸਬਜ਼ੀ ਬਣਾ ਲਓ, ਕੋਈ ਇਸ ਤਰ੍ਹਾਂ ਕਰ ਲਓ। ਫਿਰ ਬਹੁਤ ਸਾਦਾ ਖਾਣਾ ਹੁੰਦਾ ਸੀ ਉਸ ਜ਼ਮਾਨੇ 'ਚ। ਅਤੇ ਸਾਡੇ ਘਰ ਇਸ ਤਰ੍ਹਾਂ ਹੀ ਬਣਦਾ ਸੀ ਕਿ ਅੰਮੀ ਸਾਡੇ ਬਣਾਉਂਦੇ ਸਨ ਸਾਦਾ ਜਿਹਾ ਹੀ, ਫੁੱਫੋ ਵੀ ਇਸ ਤਰ੍ਹਾਂ ਹੀ ਬਣਾਉਂਦੇ ਸਨ ਸਾਡੇ ਖਾਣਾ। ਅਤੇ ਅਸੀਂ ਜਿਹੜਾ ਆਪਣੇ ਇਰਦ ਗਿਰਦ ਦੇਖਿਆ ਕਿ ਸਾਦਾ ਗੋਸ਼ਤ ਭੁੰਨ ਕੇ ਚਲੋ ਜਿਹੜੀ ਸਬਜ਼ੀ ਪਾਣੀ ਪਾ ਲਓ। ਇੱਕ ਮਸਾਲਿਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਨਹੀਂ ਸੀ ਕਿ ਹਰ ਖਾਣੇ ਦੇ ਉੱਪਰ ਤੁਸੀਂ ਮਸਾਲੇ ਪਾਓ, ਇਸ ਤਰ੍ਹਾਂ ਨਹੀਂ ਸੀ। ਪਰ ਜਦੋਂ ਮੇਰੀ ਸ਼ਾਦੀ ਹੋਈ, ਉਸ ਤੋਂ ਬਾਅਦ ਮੈਂ ਆਪਣੇ ਸਸੁਰਾਲ ਗਈ ਨਾ, ਜਦੋਂ ਅੰਮਾ ਜੀ ਸਾਦੀ ਪਕਾਉਂਦੇ ਹੁੰਦੇ ਸਨ ਸਬਜ਼ੀ,
ਸਾਦੀ ਸਬਜ਼ੀ ਜਿਹੜੀ ਵੀ ਪਕਾਣੀ ਹੈ, ਕੋਈ ਜਿਹੜੀ ਵੀ ਹਾਂਡੀ ਉਹਨਾਂ ਨੇ ਪਕਾਣੀ, ਦਾਲ ਹੋ ਗਈ, ਸਭ ਉਹ ਉੱਪਰ ਜ਼ੀਰਾ ਤੇ ਮੋਟੀਆਂ ਮਿਰਚਾਂ ਜਿਹੜੀਆਂ ਹੁੰਦੀਆਂ ਨੇ, ਮਿਰਚ ਨਹੀਂ, ਇਲਾਇਚੀ, ਮੋਟੀ ਇਲਾਇਚੀ ਤੇ ਦਾਲਚੀਨੀ, ਇਹ ਤਿੰਨ ਚੀਜ਼ਾਂ ਕੁੱਟ ਕੇ ਅੰਮਾ ਕੁੰਡੀ 'ਚ ਛਾਣ ਕੇ ਫਿਰ ਰੱਖਦੇ ਸਨ ਇਹਦਾ ਮਸਾਲਾ। ਤੇ ਉਹ ਫਿਰ ਅਕਸਰ ਹਾਂਡੀ ਦੇ ਉੱਪਰ ਅੰਮਾ ਨੇ ਨਾ ਹਾਂਡੀ ਦੇ ਉੱਪਰ ਪਾਉਣਾ। ਤੇ ਉਹ ਫਿਰ ਉਹਨਾਂ ਦੇ ਘਰ ਮੈਂ ਦੇਖਿਆ ਇਸ ਤਰ੍ਹਾਂ ਪਾਇਆ। ਸਾਡੇ ਇਸ ਤਰਫ ਅੰਮੀ ਵੱਲ ਨਾ ਤੇ ਬੜਾ ਸਾਦਾ ਬਣਦਾ ਸੀ। ਸਿਰਫ ਜਿਸ ਦਿਨ ਆਲੂ ਗੋਸ਼ਤ ਦਾ ਸ਼ੋਰਬਾ ਬਣਦਾ ਸੀ ਨਾ, ਤੇ ਇਸ ਤਰ੍ਹਾਂ ਜਾਂ ਟੀਂਡੇ ਗੋਸ਼ਤ ਦਾ ਸ਼ੋਰਬਾ, ਉਹਦੇ ਉੱਪਰ ਫਿਰ ਅੰਮੀ ਨੇ ਥੋੜ੍ਹਾ ਜਿਹਾ ਗਰਮ ਮਸਾਲਾ ਛੋਟੀ ਜਿਹੀ ਡੱਬੀ ਵਿੱਚ ਪੀਸ ਕੇ ਬੜੇ ਕੁੰਡੀ 'ਚ ਮਿਹਨਤ ਨਾਲ ਛਾਣ ਕੇ ਰੱਖਿਆ ਹੁੰਦਾ ਸੀ। ਜਿਹੜਾ ਉੱਪਰੋਂ ਬਚ ਜਾਂਦਾ ਸੀ ਨਾ, ਔਰਤਾਂ ਫਿਰ ਕੁੰਡੀ 'ਚ ਹੀ ਸਾਰੇ ਕੁੱਟਦੀਆਂ ਸਨ, ਮਸ਼ੀਨ ਤੇ ਉਸ ਜ਼ਮਾਨੇ 'ਚ ਹੁੰਦੀ ਨਹੀਂ ਸੀ। ਤੇ ਉਹ ਫਿਰ ਛਾਣ ਕੇ ਉਹ ਜਿਹੜਾ ਮੋਟਾ ਮੋਟਾ ਹੋਣਾ ਨਾ, ਉਹ ਅਲੱਗ ਇੱਕ ਡੱਬੀ 'ਚ ਪਾ ਕੇ ਰੱਖ ਲੈਣਾ। ਉਹ ਫਿਰ ਜਦੋਂ ਪੁਲਾਓ ਵਗੈਰਾ ਬਣਦਾ ਸੀ ਜਾਂ ਯਖਨੀ ਬਣਾਉਣੀ, ਉਹਦੇ 'ਚ ਕੰਮ ਆ ਜਾਂਦਾ ਸੀ ਕਿ ਚਲੋ ਉਹ ਮਸਾਲਾ ਹੀ ਹੈ, ਗਰਮ ਮਸਾਲਾ ਹੀ ਹੈ, ਥੋੜ੍ਹਾ ਮੋਟਾ ਮੋਟਾ ਹੋਵੇ ਉਹਦੇ 'ਚ। ਤੇ ਬਾਕੀ ਬਰੀਕ ਜਿਹੜਾ ਛੰਨੀ, ਆਟਾ ਛਾਣਨ ਵਾਲੀ ਛੰਨੀ 'ਚ ਛਾਣ ਕੇ ਬਰੀਕ ਜਿਹੜਾ ਨਿਕਲਦਾ ਸੀ, ਉਹ ਸਾਡੀ ਅੰਮੀ ਨੇ ਥੋੜ੍ਹਾ ਜਿਹਾ ਨਾ ਉਹਦੇ ਉੱਪਰ ਪਾ ਦੇਣਾ, ਆਲੂ ਗੋਸ਼ਤ ਦੇ ਸ਼ੋਰਬੇ 'ਤੇ ਜਾਂ ਕੁਝ ਇਸ ਤਰ੍ਹਾਂ। ਬਸ ਥੋੜ੍ਹਾ ਜਿਹਾ ਇਸਤੇਮਾਲ ਹੁੰਦਾ ਸੀ, ਮਸਾਲਿਆਂ ਦਾ ਇਸਤੇਮਾਲ ਬਹੁਤ ਘੱਟ ਹੁੰਦਾ ਸੀ। ਕਿ ਇਸ ਤਰ੍ਹਾਂ ਬਹੁਤ ਨਹੀਂ ਸੀ ਕਿ ਬਰਿਆਨੀਆਂ ਪੱਕ ਰਹੀਆਂ ਨੇ, ਇਹ ਪੁਲਾਓ ਬਣਦਾ ਹੁੰਦਾ ਸੀ ਬਸ ਉਹ 'ਚ। ਔਰ ਬਾਕੀ ਸਾਦੀ ਸਾਦੀ ਹਾਂਡੀ, ਸਾਦੀ ਹਾਂਡੀ, ਲਸਣ ਪਿਆਜ਼ ਦਾ ਤੜਕਾ, ਦਾਲ ਪਕਾ ਲਓ ਅਤੇ ਇਸ ਦਾ ਨਮਕ ਮਿਰਚ ਤੇ ਪਾ ਕੇ ਖਾਣਾ ਬਣਾ ਲਓ। ਅਤੇ ਉਹ ਫਿਰ ਉਹੀ ਸਟਾਈਲ ਮੈਂ ਵੀ ਸਿੱਖਿਆ। ਇਸ ਤੋਂ ਫਿਰ ਮੈਨੂੰ ਅੱਜ ਕੱਲ੍ਹ ਦੇ ਲਚਕੇ ਪਚਕੇ ਆ ਦੇਖ ਕੇ ਖਾਣੇ, ਸੱਚੀ ਗੱਲ ਹੈ ਮੈਂ ਕਦੇ ਟਰਾਈ ਵੀ ਨਹੀਂ ਕੀਤਾ ਕਿ ਇੰਨਾ ਕੁਛ ਉਹ 'ਚ ਪਾਉਂਦੇ ਨੇ, ਇੰਨਾ ਕੁਛ ਪਾਉਂਦੇ ਨੇ ਕਿ ਬਈ ਇਹ ਵੀ ਪਾ ਦਿਓ, ਇਹ ਵੀ ਪਾ ਦਿਓ। ਦੁਨੀਆ ਦੀ ਕੋਈ ਸ਼ੈ ਬਚੇ ਨਾ, ਉਹ ਇੰਨੀ ਰੈਸਪੀਜ਼ ਬਸ ਐਸੀਆਂ ਹੁੰਦੀਆਂ ਨੇ ਕਿ ਉਹਦੇ ਵਿੱਚ ਹਰ ਸ਼ੈ ਦੁਨੀਆ ਦੀ ਪਾ ਦਿੰਦੇ ਨੇ। ਅਤੇ ਵੀ ਠੀਕ ਹੈ, ਉਹ ਫਿਰ ਅੱਜ ਕੱਲ੍ਹ ਬੱਚੇ ਜਿਹੜੇ ਨੇ ਬਣਾਉਂਦੇ ਨੇ, ਉਸ ਤਰ੍ਹਾਂ ਦੇ ਕਰਦੇ ਨੇ। ਅਸੀਂ ਹੁਣ ਜਿਹੜੇ ਜ਼ਮਾਨਿਆਂ ਦੇ ਚੀਜ਼ਾਂ ਪਕਾਈਆਂ ਹੋਈਆਂ ਨੇ ਨਾ, ਅਤੇ ਉਹ ਕੀ ਕਰਦੇ, ਅਸੀਂ ਉਸ ਤਰ੍ਹਾਂ ਹੀ ਸਾਦੀ ਸਾਦੀ ਹਾਂਡੀ ਬਣਾ ਲੈਂਦੇ ਆਪਣੀ ਅਤੇ ਖਾ ਲੈਂਦੇ ਹਾਂ। ਅੱਲਾ ਦਾ ਸ਼ੁਕਰ ਹੈ ਕਿ ਆਪਣੀ ਸਾਦੀ ਹਾਂਡੀ ਬਣਾਓ ਅਤੇ ਖਾਓ। ਤਾਂ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਕਿ ਤੁਸੀਂ ਜਿਹੜਾ ਨਾ ਖਾਣੇ ਦੀ ਤਾਰੀਫ ਕਰ ਦਿੱਤੀ। ਅਤੇ ਬਹੁਤ ਸ਼ੁਕਰੀਆ, ਕਹਿੰਦੀ ਤੁਸੀਂ ਬਣਾਈਓ, ਜ਼ਰੂਰ ਬਣਾ ਕੇ ਦੇਖਿਓ। ਹੁਣ ਤਾਂ ਤੁਹਾਨੂੰ ਕੁਕਿੰਗ ਆਉਂਦੀ ਹੈ, ਤੁਸੀਂ ਬਣਾ ਕੇ ਟਰਾਈ ਕਰਿਓ, ਸ਼ਾਇਦ ਤੁਹਾਨੂੰ ਚੰਗਾ ਲੱਗੇ ਇਹ ਸਾਦੀ ਜੀ ਹਾਂਡੀ। ਅਤੇ ਦੋਸਤ ਹੋਤਾ ਨਹੀਂ ਹਰ ਹਾਥ ਮੇਰਾ, ਬਈ ਚੰਗੇ ਮਾੜੇ ਵੇਲੇ ਜਿਹੜਾ ਕੰਮ ਆਵੇ ਉਹ ਹੀ ਤੁਹਾਡਾ ਦੋਸਤ ਹੈ, ਬਾਕੀ ਸਭ ਬੇਕਾਰ ਚੀਜ਼ਾਂ ਨੇ। ਅੱਛਾ, ਨਸੀਮਾ ਕਹਿੰਦੀ ਹੈ ਡੀਅਰ ਆਪ ਵੀ ਇੰਪੋਰਟੈਂਟ ਹੋ ਹਮਾਰੇ लिए। भाई बहुत शुक्रिया कि ਅਸੀਂ ਵੀ ਕਿਸੇ ਲਈ ਅਹਿਮ ਹੋ ਗਏ ਆ। ਅਤੇ ਇਹ ਬਹੁਤ ਸ਼ੁਕਰੀਆ ਨਸੀਮਾ ਤੁਹਾਡੀ ਮੁਹੱਬਤਾਂ ਦਾ। ਅਤੇ ਉਹ ਕਹਿੰਦੇ ਨੇ ਵੀ ਮੈਨੂੰ ਤੁਹਾਡੀ ਟਾਕ ਬੜੀ ਚੰਗੀ ਲੱਗਦੀ ਹੈ, ਬੜਾ ਨਾਈਸ ਵਲੌਗ ਹੈ ਤੁਹਾਡਾ, ਲਵਲੀ ਵਲੌਗ ਹੈ। ਔਰ ਨਸੀਮਾ ਨੇ ਵੀ ਤਾਰੀਫਾਂ ਦੇ ਢੇਰ ਲਾ ਦਿੱਤੇ ਨੇ ਹਸਬੇ ਮਾਮੂਲ। ਬਹੁਤ ਸ਼ੁਕਰੀਆ ਨਸੀਮਾ ਕਿ ਤੁਸੀਂ ਸਾਡੇ ਵਿਹੜੇ YouTube ਵਿਹੜੇ 'ਚ ਆ ਕੇ ਬੈਠਦੇ ਹੋ ਸਾਡੇ ਨਾਲ, ਅਤੇ ਤੁਸੀਂ ਆਪਣਾ ਟਾਈਮ ਦਿੰਦੇ ਹੋ, ਔਰ ਤੁਸੀਂ ਨਾਲ ਨਾਲ ਫ੍ਰੀ 'ਚ ਮੇਰੀਆਂ ਤਾਰੀਫਾਂ ਵੀ ਕਰ ਦਿੰਦੇ ਹੋ। ਅਤੇ ਮਾਸ਼ਾਅੱਲਾ ਲਿਖਿਆ ਹੋਵੇ ਵੀ ਜੀ, ਅੱਗੇ ਆਇਆ ਵੇ, ਅੱਗੇ ਕੀ ਹੈ, ਅੱਛਾ ਜ਼ਿਸ਼ਾਨ ਗੁਲ, ਉਹਨਾਂ ਨੇ ਕਿਹਾ ਮਾਸ਼ਾਅੱਲਾ ਬਹੁਤ ਖੂਬ। ਉਹਨਾਂ ਨੇ ਵੀ ਬਈ ਤਾਰੀਫ ਕੀਤੀ ਹੈ ਸਾਡੇ ਵਲੌਗ ਦੀ। ਫਸਟ ਟਾਈਮ ਆਏ ਨੇ, ਇਹਨਾਂ ਨੇ ਇੱਕ ਦਿਨ ਇੱਕ ਪੋਸਟ 'ਤੇ ਵੀ ਜਿਹੜਾ ਨਾ ਕਮੈਂਟ ਕੀਤਾ ਸੀ, ਅਤੇ ਉਹਨਾਂ ਦਾ ਬਹੁਤ ਸ਼ੁਕਰੀਆ। ਇੱਕ ਨਵੇਂ ਸਾਡੇ ਆਏ ਨੇ ਸਾਥੀ, ਅਤੇ ਉਹਨਾਂ ਨੇ ਜ਼ਿਸ਼ਾਨ ਗੁਲ ਸਾਹਿਬ, ਜੇ ਤੁਹਾਨੂੰ ਚੰਗਾ ਲੱਗਿਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸक्राइब कर लियो कि चलो वो कहते ना आपको हर आने वाली वीडियो जो है वो टाइम पे मिलेगी और हम वक्त पे आपके पास नोटिफिकेशन आ जाएगा। तो इस तरह सारा करके बड़े नज़ाकता ना कहते हैं भी मैनू उस तरह तो नहीं कहना आंदा, सच्ची गल है। बहरहाल है कि जे किसी का दिल मन्ने तो फिर ज़रूर कर लवे। अगर किसी दिल मन्ने कि असीं नायाब ज़माने दी गल्लां सुननियां ने, सानू दौर चंगा लगदा वे, तो ज़रूर सबसक्राइब कर लवो ਤੇ ਸਾਡੇ ਵਿਹੜੇ 'ਚ ਆ ਕੇ ਸਾਡੇ ਨਾਲ ਬੈਠ ਜਾਇਆ ਕਰੋ। ਅਤੇ ਤੁਹਾਡੀ ਮੌਜੂਦਗੀ ਦਾ ਪਤਾ ਤੁਹਾਡਾ ਕਮੈਂਟ ਹੀ ਦਿੰਦਾ ਵੇ ਕਿ ਤੁਸੀਂ ਕਮੈਂਟ ਕਰਦੇ ਹੋ ਤਾਂ ਪਤਾ ਚੱਲਦਾ ਹੈ ਕਿ ਫਲਾਣਾ ਸਾਥੀ ਆਇਆ ਸੀ, ਤੁਸੀਂ ਕਮੈਂਟ ਕੀਤਾ ਅਤੇ ਸਾਨੂੰ ਪਤਾ ਚੱਲਿਆ ਕਿ ਸਾਡੇ ਵਿਹੜੇ 'ਚ ਇੱਕ ਨਵਾਂ ਇਜ਼ਾਫਾ ਹੋਇਆ ਵੇ। ਬਹੁਤ ਸ਼ੁਕਰੀਆ ਜੀ ਤੁਹਾਡੀ ਟਾਈਮ ਦੇਣ ਦਾ, ਤੁਹਾਡੀ ਮੁਹੱਬਤਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਛਾ ਵੀ ਕੇ ਬੇਗਮ ਆ ਗਏ ਨੇ, ਉਹਨਾਂ ਨੇ ਕਿਹਾ ਥੈਂਕ ਯੂ ਸੋ ਮਚ ਫॉर ਸ਼ੇਅਰਿੰਗ ਕੁਕਿੰਗ। ਕੇ ਬੇਗਮ ਖੁਸ਼ ਹੋ ਗਏ ਨੇ, ਕੌਸਰ ਖੁਸ਼ ਹੋ ਗਈ ਹੈ ਸਾਡੀ, ਵੀ ਹੋਰ ਗੱਲਾਂ ਦੀਆਂ ਛੱਡ ਦਿਓ। ਕੌਸਰ ਕਹਿੰਦੀ ਵੀ ਬਹੁਤ ਚੰਗਾ ਮੈਨੂੰ ਲੱਗੀ ਤੁਹਾਡੀ ਕੁਕਿੰਗ, ਉਹ ਤਾਂ ਮੇਰੀ ਕੁਕਿੰਗ ਦੇ ਦੀਵਾਨੇ ਨੇ। ਅੱਛਾ ਬਿਊਟੀਫੁਲ, ਇਹ ਹੋਰ ਕੋਈ ਨਵਾਂ ਇਜ਼ਾਫਾ ਆਇਆ ਵੇ, ਮੈਨੂੰ ਇਹਨਾਂ ਦਾ ਪਹਿਲੀ ਦਫਾ ਕਮੈਂਟ ਆਇਆ ਵੇ। तो उन्होंने किया वे कि पहली लाइक मेरी तरफ से, नाइस शेयरिंग, ब्यूटीफुल व्यू,
ਤੇ ਬਿਊਟੀਫੁਲ ਗਾਰਡਨ, ਗ੍ਰੇਟ ਕੁਕਿੰਗ, ਇੰਜੋਏ ਵਾਚਿੰਗ। ਓਏ ਹੋਏ ਹੋਏ ਬਈ, ਇਹ ਤੇ ਬੜਾ ਬੈਸਟ ਆਫ ਲੱਕ ਐਂਡ ਬੈਸਟ ਵਿਸ਼ੇਸ। ਤੇ ਉਹ ਹੋ ਬਈ, ਇਹਨਾਂ ਨੇ ਤਾਂ ਬਈ ਦੇਸੀ ਫੂਡ ਬਾਈ ਇੰਗਲਿਸ਼ ਕੁੱਕ, ਅੱਛਾ ਦੇਸੀ ਫੂਡ ਬਾਈ ਇੰਗਲਿਸ਼ ਕੁੱਕ। ਤੇ ਬਈ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਹਾਡੀ ਮੁਹੱਬਤਾਂ ਦਾ, ਕਿ ਤੁਸੀਂ ਕੀ ਕਹਿੰਦੇ ਨੇ ਆਏ ਸਾਡੇ ਵਿਹੜੇ ਵਿੱਚ। ਇਹਨਾਂ ਦਾ ਜਿਹੜਾ ਇੱਕ ਆਈਡੀ ਨਾਂ ਆ ਰਿਹਾ, ਕੋਈ ਅਜੀਬ ਕਿਸਮ ਦਾ ਆ ਰਿਹਾ, ਕੋਈ ਆਈਡੀ ਅਜੀਬ ਕਿਸਮ ਦੇ ਨਾਂ ਦੀ ਬਣਾਈ ਹੋਈ ਹੈ। ਬਹੁਤ ਸ਼ੁਕਰੀਆ ਜੀ, ਤੁਸੀਂ ਆਏ ਹੋ, ਤੁਹਾਨੂੰ ਦੇਸੀ ਕੁਕਿੰਗ ਵੀ ਚੰਗੀ ਲੱਗ ਗਈ, ਸਾਦੀ ਸਾਦੀ ਹਾਂਡੀ, ਦੇਸੀ ਸਟਾਈਲ ਦੀ ਪੰਜਾਬੀ ਹਾਂਡੀ ਤੇ ਤੁਹਾਨੂੰ ਚੰਗੀ ਲੱਗੀ ਹੋ। ਤੁਸੀਂ ਨਾਈਸ ਸ਼ੇਅਰਿੰਗ, ਗਾਰਡਨ ਦੀ ਤਾਰੀਫ। ਤੇ ਬਈ ਤੁਸੀਂ ਕੱਲ ਕਿਤੇ ਮੈਨੂੰ ਅਗਰ ਦੇਖ ਲੈਂਦੇ ਨਾ ਕਿ ਘਾਹ ਘੱਟਦੀ ਨੂੰ, ਤਾਂ ਫਿਰ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੀ ਅਸਰ ਹੋਇਆ ਸੀ ਸਾਡਾ। ਪਰ ਤੁਹਾਡੀ ਸਾਰਿਆਂ ਦੀ ਮੁਹੱਬਤਾਂ ਦਾ ਬੇਹੱਦ ਸ਼ੁਕਰੀਆ ਕਿ ਤੁਸੀਂ ਆ ਕੇ ਸਾਡੇ ਵਿਹੜੇ 'ਚ ਬਹਿੰਦੇ ਹੋ। ਅੱਜ ਅਸੀਂ ਜ਼ਿਕਰ ਕੀਤਾ ਚਾਕੂ ਛੁਰੀਆਂ ਤੇਜ਼ ਕਰਨ ਵਾਲਿਆਂ ਦਾ, ਕਿ ਜਦੋਂ ਮਹੱਲਿਆਂ 'ਚ ਆਉਂਦੇ ਸਨ ਤੇ ਕਿਸ ਤਰ੍ਹਾਂ ਇੱਕ ਆਵਾਜ਼ ਆਉਂਦੀ ਸੀ, ਔਰ ਫਿਰ ਸਾਰਿਆਂ ਨੇ ਆਪਣੀ ਛੁਰੀਆਂ ਕੈਂਚੀਆਂ ਲੈ ਕੇ ਖੜੇ ਹੋ ਜਾਣਾ ਕਿ ਸਾਡੀ ਵਾਰੀ ਆਵੇ ਤੇ ਛੇਤੀ ਨਾਲ ਅਸੀਂ ਆਪਣੀ ਛੁਰੀ ਤੇਜ਼ ਕਰਾ ਲਈਏ। ਉਸ ਜ਼ਮਾਨੇ 'ਚ ਛੁਰੀਆਂ ਵੀ ਜਿਹੜੀਆਂ ਇੰਨੀਆਂ ਅੱਛੀਆਂ ਨਹੀਂ ਹੁੰਦੀਆਂ ਸਨ, ਕਿ ਬਹੁਤ ਅੱਜ ਕੱਲ੍ਹ ਤਾਂ ਇੰਨੀਆਂ ਜ਼ਿਆਦਾ ਨੇ, ਬਲਕਿ ਬਾਅਦ ਐਸੀਆਂ ਆ ਗਈਆਂ ਨੇ ਛੁਰੀਆਂ ਵੀ ਔਰ ਚਾਕੂ ਐਸੇ ਕਿ ਉਹਨਾਂ ਨੂੰ ਤੇਜ਼ ਕਰਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਉਹਨਾਂ ਦਾ ਕੋਈ ਕਟਿੰਗ ਜਾਂ ਉਹਨਾਂ ਦੀ ਜਿਹੜਾ ਪਲੇਟ ਇਸ ਕਿਸਮ ਦੀ ਹੈ ਕਿ ਬਈ ਉਹ ਸਦਾ ਬਹਾਰ ਚੀਜ਼ ਬਣਾ ਦਿੱਤੀ ਗਈ ਹੈ। ਲੇਕਿਨ ਇਹ ਵੀ ਕਿ ਥੋੜ੍ਹਾ ਜਿਹਾ ਅਗਰ ਤੁਸੀਂ ਸ਼ਾਪ ਕਰਨਾ ਵੀ ਹੈ ਤਾਂ ਹੁਣ ਇਹ ਮੌਜੂਦ ਨੇ ਘਰ ਵਿੱਚ, ਸਾਦਾ ਜਿਹਾ ਇੱਕ ਉਹ ਇੰਸਟਰੂਮੈਂਟ ਉਹਦਾ ਐਸਾ ਕਰਕੇ ਤੇ ਚਲੋ ਜੀ ਤੁਸੀਂ ਕਰ ਲਵੋ। ਤੇ ਉਹ ਬੜੀ ਸਹੂਲਤਾਂ ਹੋ ਗਈਆਂ ਨੇ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ, ਜਾਂ ਤਾਂ ਬਾਜ਼ਾਰ ਤੋਂ ਲੋਹੇ ਦੀਆਂ ਛੁਰੀਆਂ ਹੁੰਦੀਆਂ ਸਨ, ਲੱਕੜ ਜੇ ਦਾ ਦਸਤਾ ਹੁੰਦਾ ਸੀ, ਇੱਕ ਚਾਕੂ ਵੀ ਹੁੰਦਾ ਸੀ। ਉਹ ਚਾਕੂ ਇਸ ਤਰ੍ਹਾਂ ਕਰਕੇ ਨਾ ਉਹ ਅੰਦਰ ਨੂੰ ਬੰਦ ਹੋ ਜਾਂਦਾ ਹੁੰਦਾ ਸੀ। ਅਕਸਰ ਘਰਾਂ 'ਚ ਉਹ ਵੀ ਹੁੰਦਾ ਸੀ ਚਾਕੂ, ਕਿ ਉਹਨੂੰ ਫੋਲਡ ਕਰਕੇ ਨਾ ਉਹਦੇ ਅੰਦਰ ਇੱਕ ਜਗ੍ਹਾ ਹੁੰਦੀ ਸੀ, ਉਹ ਬੰਦ ਕਰਕੇ ਰੱਖ ਦਿੱਤਾ ਜਾਂਦਾ ਸੀ ਕਿ ਚਲੋ ਵੀ ਜਾ, ਫਿਰ ਉਹ ਜਦੋਂ ਇਸਤੇਮਾਲ ਕਰਨਾ ਉਹਨੂੰ ਚਾਕੂ ਨੇ ਐਸਾ ਕਰਕੇ ਕੱਢ ਲੈਣਾ ਵੀ, ਤੇ ਚਲੋ ਬਈ ਉਹਦੇ ਨਾਲ ਕੋਈ ਚੀਜ਼ ਕੱਟ ਲੈਣੀ। ਚੱਕੂ ਹੈ ਮੇਰੇ ਪਾਸ। ਇੱਕ ਡਰਾਮਾ ਵੀ ਆਉਂਦਾ ਹੁੰਦਾ ਸੀ ਹਸਰਾਤ ਬਾਈ ਦਾ, ਤੇ ਉਹ ਫਿਰ ਇੱਕ ਚਾਕੂ ਵੀ ਹੁੰਦਾ ਸੀ ਤੇ ਛੁਰੀਆਂ ਹੁੰਦੀਆਂ ਸਨ ਲੋਹੇ ਵਾਲੀਆਂ ਸਿੱਧੀਆਂ ਸਿੱਧੀਆਂ। ਤੇ ਉਹ ਫਿਰ ਜੇ ਕੀ ਕਹਿੰਦੇ ਨੇ ਛੁਰੀ ਜਦੋਂ ਤੇਜ਼ ਕਰਾਣੀ ਤੇ ਫਿਰ ਕਹਿਣਾ ਵੀ ਉਂਗਲ ਬਚਾ ਕੇ ਵੀ ਤੁਹਾਡਾ ਹੱਥ ਨਾ ਕੱਟਿਆ ਜਾਵੇ। ਪਰ ਉਸ ਜ਼ਮਾਨੇ 'ਚ ਕਟਿੰਗ ਬੋਰਡ ਵਗੈਰਾ ਨਹੀਂ ਸਨ, ਇਸ ਤਰ੍ਹਾਂ ਹੱਥਾਂ ਨਾਲ ਹੀ ਸਬਜ਼ੀ ਕੱਟੀ ਜਾਂਦੀ ਸੀ। ਅੱਜ ਕੱਲ੍ਹ ਬੜੀ ਅੱਛੀ ਸਹੂਲਤ ਇਹ ਹੈ ਕਿ ਕਟਿੰਗ ਬੋਰਡ 'ਤੇ ਰੱਖ ਲੈਂਦੇ ਹੋ, ਤੁਹਾਡੀ ਉਂਗਲਾਂ ਇੱਥੋਂ ਜਿਹੜੀਆਂ ਜ਼ਖਮੀ ਨਹੀਂ ਹੁੰਦੀਆਂ, ਉਹ ਸਿੱਧਾ ਸੁਦੀ। ਕਦੀ ਛੁਰੀ ਵੱਜ ਜਾਂਦੀ ਹੈ, ਫਿਰ ਵੀ ਤੁਹਾਨੂੰ ਐਸੀ ਗੱਲ ਨਹੀਂ ਕਿ ਛੁਰੀ ਵੱਜਦੀ ਨਹੀਂ ਥੋੜ੍ਹੀ। ਮੈਂ ਖੁਦ ਤੁਹਾਡੇ ਨਾਲ ਜਦੋਂ ਗੱਲਾਂ ਕਰ ਰਹੀ ਹੁੰਦੀ ਮੈਨੂੰ ਇਹ ਹੁੰਦਾ ਕਿ ਹਾਏ ਕੋਈ ਤਾਂ ਹੱਥ 'ਤੇ ਨਾ ਵੱਜ ਜਾਵੇ ਗੱਲਾਂ ਕਰਦੀ ਤੇ ਇਸ ਤਰ੍ਹਾਂ। ਪਰ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਸਬਜ਼ੀ ਕੱਟਣੀ, ਗੋਭੀ ਕੱਟਣੀ, ਆਲੂ ਛਿਲਣੇ, ਇਸ ਤਰ੍ਹਾਂ ਇੱਥੇ ਟੱਚ ਹੁੰਦੀ ਰਹਿੰਦੀ ਸੀ। ਤਾਂ ਉਹ ਫਿਰ ਕਈ ਜਦੋਂ ਅਸੀਂ ਕੱਟ ਕੇ ਹਟਦੇ ਸਾਂ, ਤੁਹਾਡੀ ਉਂਗਲ 'ਤੇ ਇਹਨੇ ਪੂਰੀ ਉਂਗਲ ਖਰਾਬ ਹੋ ਜਾਂਦੀ ਸੀ। ਅੰਗੂਠੇ ਦਾ ਤਾਂ ਖਾਸ ਕਰ ਬੁਰੇ ਹਾਲ ਹੁੰਦੇ ਸਨ, ਦੋਨੋਂ ਅੰਗੂਠਿਆਂ ਦੇ, ਕਿਉਂਕਿ ਜ਼ਿਆਦਾ ਅੰਗੂਠਾ ਟੱਚ ਕਰਦਾ ਸੀ ਨਾ, ਤੇ ਉਹ ਫਿਰ ਵਿਚਾਰੇ ਅੰਗੂਠੇ ਦੇ ਖਰਾਬ ਹੀ ਰਹਿੰਦੇ ਸਨ। ਇਸ ਤਰ੍ਹਾਂ ਔਰਤਾਂ ਵਿਚਾਰੀਆਂ ਦੇ ਹੱਥ ਵੀ ਖਰਾਬ ਹੋ ਜਾਂਦੇ ਸਨ। ਉਦੋਂ ਜ਼ਿਆਦਾ ਸਹੂਲਤਾਂ ਨਹੀਂ ਸਨ ਕਟਿੰਗ ਬੋਰਡ ਵਗੈਰਾ ਦੀਆਂ, ਤੇ ਇਸ ਤਰ੍ਹਾਂ ਚੀਜ਼ਾਂ ਅੱਛੀ ਤੋਂ ਅੱਛੀਆਂ ਨਹੀਂ ਸਨ। ਉਸ ਜ਼ਮਾਨੇ 'ਚ ਬਹੁਤ ਜ਼ਿਆਦਾ ਕੱਟ ਵਗੈਰਾ ਵੀ ਜ਼ਿਆਦਾ ਲੱਗਦੇ ਹੁੰਦੇ ਸਨ। ਛੁਰੀ ਦਾ ਕੱਟ ਤੇ ਅਕਸਰ ਹੀ ਲੱਗ ਜਾਂਦਾ ਹੁੰਦਾ ਸੀ। ਜਿਹਨੇ ਛੁਰੀ ਫੜੀ ਏ ਉਹ ਕਿਤੇ ਨਾ ਕਿਤੇ ਉਹਦਾ ਫੱਟ ਖੁੱਲ੍ਹਣਾ ਹੀ ਖੁੱਲ੍ਹਣਾ ਵੇ। ਤੇ ਫੱਟੜ ਹੋ ਜਾ ਤੁਹਾਡੀ ਖਾਤਰ ਮਾਲਕੋ, ਤੇ ਉਹ ਫੱਟੜ ਹੋ ਜਾਂਦੇ ਹੁੰਦੇ ਸਨ ਲੋਕ। ਤੇ ਇਸ ਤਰ੍ਹਾਂ ਫਿਰ ਬਸ ਜ਼ਮਾਨਾ ਚੱਲਦਾ ਸੀ। ਫਿਰ ਪੱਟੀ ਫੌਰੀ ਤੌਰ 'ਤੇ ਬੰਨੀ ਜਾਂਦੀ ਸੀ। ਜਿੱਥੇ ਛੁਰੀ ਨੇ ਵੱਢ ਦਿੱਤਾ, ਛੁਰੀ ਤੇਜ਼ ਜਦੋਂ ਕਰਾਈ ਜਾਂਦੀ ਸੀ, ਇਹਤਿਆਤਨ ਤੌਰ 'ਤੇ ਸਾਰਿਆਂ ਨੂੰ ਕਿਹਾ ਜਾਂਦਾ ਸੀ ਵੀ ਆਰਾਮ ਨਾਲ ਕਰਿਓ, ਛੁਰੀ ਤੇਜ਼ ਕਰਾਈਏ। ਘਰ ਵਾਲਿਆਂ ਨੂੰ ਨਾ ਹੁਸ਼ਿਆਰ ਖਬਰਦਾਰ ਤੇ ਉਹ ਕੀਤਾ ਜਾਂਦਾ ਸੀ। ਪਰ ਫਿਰ ਵੀ ਹੱਥ ਵੱਢਿਆ ਜਾਂਦਾ ਸੀ ਤੇ ਚਲੋ ਵੀ ਫਿਰ ਉੱਥੇ ਫੌਰੀ ਤੌਰ 'ਤੇ ਉਹ ਇੱਕ ਸਾਦੀ ਜੀ ਪੱਟੀ ਹੁੰਦੀ ਸੀ, ਜਿਹੜੇ ਪੁਰਾਣੇ ਕੋਈ ਕੱਪੜੇ ਹੁੰਦੇ ਸਨ ਰੱਖ ਦਿੱਤੇ ਜਾਂਦੇ ਸਨ, ਉਹ ਵੀ ਪੱਟੀ ਬੰਨਣ ਦੇ ਕੰਮ ਆਉਂਦੇ ਸਨ। ਉਹ ਫਟਾਫਟ ਉਹ ਕੱਪੜੇ ਨੂੰ ਐਸਾ ਟਰ ਕਰਕੇ ਪਾੜਨਾ ਉਸੇ ਵੇਲੇ, ਉੱਥੇ ਲਵੇਟ ਕੇ ਤੇ ਚਲੋ ਜੀ ਉੱਥੇ ਗੰਢ ਲਾ ਦਿੱਤੀ ਜਾਂਦੀ ਸੀ। ਕੋਨੇ ਤੋਂ ਫਿਰ ਉਹਨੂੰ ਇਸ ਤਰ੍ਹਾਂ ਕਰਕੇ ਦੋ ਹਿੱਸਿਆਂ 'ਚ ਕੀਤਾ ਜਾਂਦਾ ਸੀ ਉਸ ਪੱਟੀ ਨੂੰ। ਇਸ ਤਰ੍ਹਾਂ ਥੋੜ੍ਹਾ ਜਿਹਾ ਇੰਨਾ ਕੁ ਪਾੜ ਲਿਆ, ਬਾਕੀ ਪੂਰੀ ਲਵੇਟ ਕੇ ਫਿਰ ਉਹਨੂੰ ਘੁਮਾ ਕੇ ਨਾ ਤੇ ਉਹਨੂੰ ਗੰਢ ਲਾ ਦਿੱਤੀ ਜਾਂਦੀ ਸੀ ਕਿ ਚਲੋ ਵੀ ਪੱਟੀ ਹੋ ਗਈ, ਡਰੈਸਿੰਗ ਹੋ ਗਈ। ਤੇ ਉਸ ਦੂਸਰੀਆਂ ਪੱਟੀਆਂ ਦਸਤਿਆਬ ਵੀ ਨਹੀਂ ਹੁੰਦੀਆਂ ਸਨ ਤੇ ਹੋਰ ਕੋਈ ਚੀਜ਼ ਦਸਤਿਆਬ ਨਹੀਂ ਹੁੰਦੀ ਸੀ। ਤੇ ਇਸ ਤਰ੍ਹਾਂ ਫਿਰ ਚੀਜ਼ਾਂ ਜਿਹੜੀਆਂ ਨੇ ਨਾ ਚੱਲਦੀਆਂ ਸਨ। ਕੋਈ ਜ਼ਿਆਦਾ ਤੁਹਾਡੇ ਕੋਲ ਤਿੱਬੀ ਇਮਦਾਦ ਦੀ ਚੀਜ਼ਾਂ ਨਹੀਂ ਹੁੰਦੀਆਂ ਸਨ। ਸਾਦੀ ਘਰ ਦੀ ਪੱਟੀ, ਕਿਸੇ ਤੇ ਲੱਤ ਦੇ ਗਿੱਟੇ ਦੇ ਬੱਚਿਆਂ ਦੇ ਬੜੀਆਂ ਸੱਟਾਂ ਵੱਜ ਜਾਂਦੀਆਂ ਸਨ,
कभी कंडा चुभ गया, कभी कच चुभ गया पैरों 'ਚ, तो सादी पट्टी ही कोई दुपट्टा पुराना रखा जाता सी या कुछ ऐसा कपड़े जोड़े पुराने होंगे सन वो पट्टियां वास्ते रख दिते जाते सन, या कोई सिलाई में ऐसा कपड़ा कतरा बच गई है तो रख देती भी चलो पट्टी के काम आ जाएगी। इस तरह पट्टियां बनिया जांदियां सन, लेकिन ज़्यादातर दुपट्टे मलमल के कोई पुराने हो जाने करने ना वो एक पासे रख दिते जाते कि चलो भी कोई सट सुट वज गई तो वो फिर पट्टी के काम आ जाते सन दुपट्टे। तो इस तरह सहूलतां नहीं सन। मैं अब तुहानूं अपनी दसा कि मेरे ना यह जिहड़ा सेंटर में तुहानूं एक निशान नज़र आ रहा होगा, जो करीब मैं तुहानूं करीब करके दिखावां ना, बिल्कुल सेंटर जिस तरह कट है मेरे, तो वो ऐसा थोड़ा जिहा टेढ़े स्टाइल बिल्कुल मेरे मत्थे के सेंटर च तुहानूं नज़र आ रहा होगा। तो एक दफ़ा असीं खेल रहे सां बच्चे सारे, तो वो की कहते ने असीं छाल जिवें मारी ना, तो वो की कहते ने वो नीचे मटके की ठीकरी पई सी, मटका टुटा होया तो ठीकरी इस तरह उपर नूं पई सी। वो जिवें मैं छाल मारी वो ठीकरी सारी अंदर चुंझ सी ना अंदर नूं वड़ गई और मेरा फट खुल गया शरीर किस्म का। तो मैं रो 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 वो सारे साढ़े की कहते ने बच्चे असीं खेल रहे सन, साड़ी एक चाची होंदे सन सियालकोट दे सन, उत्थे जिथे असीं ग्राउंड च खेल रहे सन, उत्थे की कहते ने उन्होंने जल्दी जल्दी बच्चे देखिया ना, उन्होंने बुलाया, उन्होंने जल्दी ना कपड़ा साड़ के ना कपड़े नूं साड़ के क्योंकि खून नहीं पिया रुकदा सी, उन्होंने जल्दी ना कपड़ा साड़ के ना वो स्वाह भर दी इत्थे मेरे, वो स्वाह भर दी। वो की कहते ने वो खून रुक गया, फौरी तौर पर खून रुक गया तो शुक्र किया चलो खून रुक गया, पर वो सारी स्वाह जी भर दी। अम्मी मेरे हॉस्पिटल सन, मेरी छोटी भैन जो उन्होंने दिनों पैदा हुई सी, मेरी अम्मी हॉस्पिटल सन। वो 2-3 दिन बाद जब अम्मी अस्पताल तो घर आए, अम्मी ने देखा कि हाय मेरी धी, तो यह की हो गया, ये तो वो काला उत्ते भर गया सी, मेरे मत्थे ते काला निशान पै गया सी, वो भरन दे नाल विच काला अजीब जिहा सिंह वो पूरी उन्होंने भरी सी ना जड़ी। ओए होए होए मेरी अम्मी इन्ना परेशान होए, उन्होंने की कहते ने वो जी मेरी भैन पैदा हुई सी उन्होंने एक पासे किया, जी पहली सी वो फिक्र मां नूं बहुती पै गई। फिर मेरी अम्मी ने वो मैनू बिठा के फिर वो जो कढ़ना विचों चीज़ कि मेरी धी का चेहरा ना खराब हो जाए, इन्नी मेरी माँ ने फिर वो आहिस्ता आहिस्ता करके वो कढ़िया, क्योंकि डॉक्टर उस ज़माने साढ़े इलाके च कोई नहीं होंदा सी। तो मैनू याद है मैनू बड़ी दर्द होंदी सी, पर मेरी माँ ने कहना पुत्त बेटा बस थोड़ा सब्र कर जा, मेरा बच्चा थोड़ा सब्र कर जा, तेरा मुँह खराब हो जाना, सारी जिंदगी लिए तेरे निशान पै जाना, सारी जिंदगी लिए तेरा निशान पै जाना, जो इस तरह ही मिल गया जख्म के अंदर काला रहा। वो मेरी माँ ने फिर वो ऐसा हौली हौली साफ़ करना, हौली हौली साफ़ करना, साफ़ कर करके मेरी माँ ने फिर उस जख्म से वो पट्टियाँ लानी, तो फिर वो जाके मेरा जख्म भरिया, तो शुक्र है वो कालख जी है ना निकल गई। तो यह निशान तो फिर भी रह ही गया हमेशा लिए, शनाख्ती अलामत जी है साड़ी। तो दसन का मकसद है भी पुरानी गलों किस्से सुनाने का, कि देखो कैसे ज़माने सन कि कोई तुहानूं डॉक्टर दस्तियाब नहीं हुंदा सी, कैसे ज़माने सन तुहाडे कोल कोई दवाई नहीं हुंदी सी, फस्ट एड नां दी कोई चीज़ नहीं हुंदी सी, बस इस तरह घरां विच ही किते हल्दी ला दी कुट के, किसी ने कच चुभ गया वे, किते कुछ कर लिया, किते कोई इस तरह टोटके शोटके पट्टियां बन के ते लोग अपना गुजारा करते होंदे सन। डॉक्टर बिल्कुल करीब तरीन तुहानूं नहीं मिलता हुंदा सी। हुण अज कैसे ज़माने ने कि तुहानूं डॉक्टर भी नज़दीक मिल जाता है, अच्छे तो अच्छे हॉस्पिटल्स बन गए ने। हुण तो बस कोई ऐसा मसला नहीं है कि फौरी तौर पर तुहानूं डॉक्टर दस्तियाब हुंदा वे, तो तुहानूं कोई एमरजेंसी हो जाए, कोई तकलीफ हो जाए, एक उन्हां ज़मानिਆਂ 'च बिल्कुल नहीं हुंदा सी। चाहे छुरी वजे, चाहे चाकू वजे, कोई तुहानूं कच वजे, कोई कंडा चुभे, कोई सड़ जाए, कोई चीज़ हो जाए, बई तुहानूं डॉक्टर नहीं मिलना, कोई तुहाडे नज़दीक तरीन कोई डॉक्टर नहीं हुंदा सी। अपनी मदद आप दे तहत ही तुहानूं की कहंदे ने करना पैंदा सी। बस हत्थ सड़ जांदे सन औरतां दे पकांदे, अग दी पै गई, फिर वो बेचारियां मल लैंदियां हुंदियां सन, नील ला लिया जांदा सी उस जगह दे उत्ते घोल के कपड़ियां वाला, तो बई नाल फूकां मारी जानियां ते नाल करी जानियां, क्योंकि कोई अच्छी मैडिसन कोई चीज़ दस्तियाब नहीं सी। तो बई वो ज़माने नायाब हो गए, पर असी उन्होंने जिक्र करते रहना वी। हुण गल सवेरी हो जाती हमेशा बड़ी लंबी। मैं तुहाडे कोल इजाज़त चाहनी हाँ, फिर मिलने एक नवीं गल दे नाल, नवीं याद दे नाल असी आंदे रवांगे अपने वेड़े च, इस ही असी गपशप करते रवांगे। तो तुसी कॉमेंट करना ना भुलियो, नायाब ज़मानिਆਂ के हवाले ना तुसी अगर दसो भी तुहानूं कभी कोई सट सुट वजी है, कभी हत्थ कट्टिया छुरी दे नाल, या कभी छुरियां तेज़ कराइयां गली च जाके, कोई भी तुहाडी याद इस हवाले दे नाल होवे ना, तो तुसी
ज़रूर शेयर करियो। तो फिर मिलने आ। अल्लाह हाफिज़, रब रखा। मुझे इश्क है तुम्ही से मेरी जान जिंदगानी, तेरे पास मेरा दिल है मेरे प्यार की निशानी। मुझे इश्क है तुम्ही से